ਸਾਰੇ ਜਾਣਦੇ ਨੇ ਕਿ ਕਿਸ ਤਰ੍ਹਾਂ ਸਿੱਖੀ ਦੇ ਉੱਪਰ ਹਮਲੇ ਹੋ ਰਹੇ ਨੇ। ਪਰ ਜਿਹੜੀ ਕੌਮੀ ਚੀਜ਼ਾਂ ਨੇ, ਜਿਹੜੀ ਸਿੱਖ ਸੰਸਥਾਵਾਂ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ, ਉਹਦੇ ਵਿੱਚ ਸਾਨੂੰ ਆਪਣੀ ਮਰਿਆਦਾ ਦਾ ਪੂਰਾ ਖਿਆਲ ਰੱਖਣਾ ਪੈਂਦਾ ਹੈ। ਇਹ ਜਿਹੜੇ ਹਮਲੇ ਹੋ ਰਹੇ ਨੇ ਕਿਉਂ ਹੋ ਰਹੇ ਨੇ? ਸਾਬਤ ਸੂਰਤ ਸਿੱਖ ਨਹੀਂ ਹੈ ਤੇ ਉਹਨੂੰ ਲਗਾ ਦੇਣਾ, ਇਹ ਮੇਰੇ ਹਿਸਾਬ ਨਾਲ ਸਰਕਾਰ ਨੇ ਨਾ ਬਿਨਾਂ ਸੋਚੇ ਸਮਝੇ ਇੱਕ ਇਹੋ ਜਿਹਾ ਕਦਮ ਚੱਕ ਲਿਆ। ਦੇਖੋ, ਬੜੀ ਇੱਕ ਮੰਦਭਾਗੀ ਗੱਲ ਹੈ ਜਿਹੜੀ ਹਜ਼ੂਰ ਸਾਹਿਬ ਹੋਈ ਹੈ, ਜਾਂ ਮੈਂ ਸਮਝਦਾ ਫਿਰ ਇਹ ਸੋਚੀ ਕੋਈ ਸਾਜ਼ਿਸ਼ ਹੀ ਹੋਵੇ। ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਪ੍ਰਭਾਤ ਸਵਾਗਤ ਹੈ ਤੇ ਮੇਰੇ ਨਾਲ ਮੌਜੂਦ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ, ਉੱਘੇ ਸਿੱਖ ਚਿੰਤਕ। ਸੋ ਅਸੀਂ ਗੱਲ ਕਰ ਰਹੇ ਹਾਂ ਅੱਜ ਸਿੱਖੀ ਦੇ ਉੱਪਰ ਹੋ ਰਹੇ ਲਗਾਤਾਰ ਹਮਲਿਆਂ ਦੀ। ਸਾਰੇ ਜਾਣਦੇ ਨੇ ਕਿ ਕਿਸ ਤਰ੍ਹਾਂ ਸਿੱਖੀ ਦੇ ਉੱਪਰ ਹਮਲੇ ਹੋ ਰਹੇ ਨੇ, ਕਿਸ ਤਰ੍ਹਾਂ ਸਿੱਖੀ ਸਿਧਾਂਤਾਂ ਦਾ ਜਿਹੜਾ ਕਿ ਦਿਨੋਂ ਦਿਨ ਗਿਰਾਵਟ ਆ ਰਹੀ ਹੈ, ਕਿਵੇਂ ਉਹਨਾਂ ਨੂੰ ਪਛਾੜਿਆ ਜਾ ਰਿਹਾ, ਕਿਵੇਂ ਉਹਨਾਂ ਤੋਂ ਦੂਰ ਕੀਤਾ ਜਾ ਰਿਹਾ। ਸੋ ਸਰਕਾਰਾਂ ਕੀ ਕਰ ਰਹੀਆਂ ਨੇ, ਕਿਉਂਕਿ ਅੱਗੇ 2024 ਦੇ ਵਿੱਚ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ। ਸੋ ਆਓ ਗੱਲ ਕਰਦੇ ਹਾਂ। ਗੁਰਪ੍ਰੀਤ ਸਿੰਘ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਲਗਾਤਾਰ ਜਿਹੜਾ ਕਿ ਸਿੱਖੀ ਦੇ ਉੱਪਰ ਹਮਲੇ ਹੋ ਰਹੇ ਨੇ, ਕਦੇ ਈਸਾਈ ਮਤ ਨੂੰ ਲੈ ਕੇ, ਕਦੇ ਹਿੰਦੂ ਤਵੀ ਨੂੰ ਲੈ ਕੇ। ਸੋ ਇਹ ਜਿਹੜੇ ਹਮਲੇ ਹੋ ਰਹੇ ਨੇ ਕਿਉਂ ਹੋ ਰਹੇ ਨੇ, ਤੇ ਹੁਣ ਜਿਹੜਾ ਹਜ਼ੂਰ ਸਾਹਿਬ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਤੁਸੀਂ ਕੀ ਸਮਝਦੇ ਹੋ, ਕਿਉਂ ਅਜਿਹਾ ਹੋਇਆ? ਦੇਖੋ, ਬੜੀ ਇੱਕ ਮੰਦਭਾਗੀ ਗੱਲ ਹੈ ਜਿਹੜੀ ਹਜ਼ੂਰ ਸਾਹਿਬ ਹੋਈ ਹੈ, ਕਿਉਂਕਿ ਸਰਕਾਰ ਵੀ ਜਿਹੜੀਆਂ ਨੇ ਉਹਨਾਂ ਨੂੰ ਵੀ ਸੈਂਸਿਬਲ ਹੋਣਾ ਚਾਹੀਦਾ ਹੈ, ਸੈਂਸਿਟਿਵਿਟੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਵੀ ਸਿੱਖਾਂ ਦੀ ਕੀ ਭਾਵਨਾਵਾਂ ਨੇ। ਠੀਕ ਹੈ, ਉੱਥੇ ਦਾ ਬੋਰਡ ਜਿਹੜਾ ਸੀਗਾ ਉਹ ਪਿਛਲੇ ਮਾਰਚ ਦਾ ਖਤਮ ਹੋ ਗਿਆ ਸੀਗਾ ਤੇ ਉਹਨਾਂ ਨੇ ਪ੍ਰਸੀਚਾ ਜੀ ਨੂੰ, ਜਿਹੜੇ ਕਿ ਸਾਬਤ ਸੂਰਤ ਸਿੱਖ ਵੀ ਨੇ, ਉਹਨਾਂ ਨੂੰ ਚੇਅਰਮੈਨ ਲਗਾਇਆ ਸੀਗਾ। ਬਨਸਪਤ ਹੈ ਕਿ ਵੀ ਉਹ ਉੱਥੇ ਇਲੈਕਸ਼ਨਾਂ ਕਰਾਉਂਦੇ ਟਾਈਮ ਸਾਈਡ ਉਹਨਾਂ ਨੇ ਉਹ ਨਹੀਂ ਕਰਾਇਆ। ਉਹਨਾਂ ਦਾ ਜਿਹੜਾ ਟਰਮ ਸੀਗਾ ਹੁਣ 31 ਜੁਲਾਈ ਨੂੰ ਖਤਮ ਹੋ ਗਿਆ ਤੇ ਉਹਦੀ ਥਾਂ ਤੇ ਉਹਨਾਂ ਨੇ ਇੱਕ ਗੈਰ ਸਿੱਖ ਪਹਿਰਾਵੇ ਦੇ ਵਿੱਚ, ਮਤਲਬ ਜਿਹਨੂੰ ਕਹਿੰਦੇ ਨੇ ਸਾਬਤ ਸੂਰਤ ਨਹੀਂ, ਉਸ ਬੰਦੇ ਨੂੰ। ਕਿਉਂਕਿ ਮੈਂ ਮੰਨਦਾ ਕਿ ਦੇਖੋ, ਗੁਰੂ ਸਾਹਿਬ ਦਾ ਜਿਹੜਾ ਪੰਥ ਹੈ ਉਹ ਸਾਰੀ ਦੁਨੀਆ ਲਈ ਸਾਂਝਾ ਹੈ। 8 ਬਿਲੀਅਨ ਬੰਦਿਆਂ ਲਈ ਗੁਰੂ ਨਾਨਕ ਸਾਹਿਬ ਦਾ ਪੰਥ ਜਿਹੜਾ ਹੈ ਉਹਦੇ ਤੇ ਉਹ ਤੁਰਨ ਦੇ ਉਹ ਯੋਗ ਨੇ, ਉਹ ਤੁਰ ਸਕਦੇ ਨੇ। ਬਿਲਕੁਲ। ਪਰ ਜਿਹੜੀ ਕੌਮੀ ਚੀਜ਼ਾਂ ਨੇ, ਜਿਹੜੀ ਸਿੱਖ ਸੰਸਥਾਵਾਂ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ, ਉਹਦੇ ਵਿੱਚ ਸਾਨੂੰ ਆਪਣੀ ਮਰਿਆਦਾ ਦਾ ਪੂਰਾ ਖਿਆਲ ਰੱਖਣਾ ਪੈਂਦਾ ਹੈ ਤੇ ਰੱਖਣਾ ਵੀ ਚਾਹੀਦਾ, ਕਿਉਂਕਿ ਉਹ ਕੌਮ ਨਾਲ ਜਿਹੜੀ ਗੱਲ ਹੈ, ਇੱਕ ਕੌਮ ਦੀ ਗੱਲ ਹੈ। ਸੋ ਇੱਥੇ ਇਸ ਟਾਈਮ ਇੱਕ ਕਲੈਕਟਰ ਨੂੰ ਉੱਥੇ, ਜਿਹੜਾ ਕਿ ਸਾਬਤ ਸੂਰਤ ਸਿੱਖ ਨਹੀਂ ਹੈ, ਤੇ ਉਹਨੂੰ ਲਗਾ ਦੇਣਾ, ਇਹ ਮੇਰੇ ਹਿਸਾਬ ਨਾਲ ਸਰਕਾਰ ਨੇ ਨਾ ਬਿਨਾਂ ਸੋਚੇ ਸਮਝੇ ਇੱਕ ਇਹੋ ਜਿਹਾ ਕਦਮ ਚੱਕ ਲਿਆ, ਜਿੱਥੇ ਦੇਖੋ, ਮੈਂ ਤੇ ਸਮਝਦਾ ਕਿ ਵੀ ਇਹ ਸਾਰੀ ਜਿਹੜੀ ਚੀਜ਼ਾਂ ਨੇ, ਜਾਂ ਤੇ ਆਈ ਗਿਵ them benefit of doubt, ਮੇਬੀ ਬਗੈਰ ਸੋਚੇ ਸਮਝੇ, ਜਾਂ ਮੈਂ ਸਮਝਦਾ ਫਿਰ ਇਹ ਸੋਚੀ ਕੋਈ ਸਾਜ਼ਿਸ਼ ਹੀ ਹੋਵੇ ਕਿ ਉਹ ਥੋੜੀ ਜਿਹੀ ਛੋਟੀ ਇਹੋ ਜਿਹੀ ਚੀਜ਼ਾਂ ਕਰਨੀਆਂ ਸ਼ੁਰੂ ਕਰ ਦੇਣ ਤੇ ਦੇਖਣਗੇ ਵੀ ਸਿੱਖ ਜਗਤ ਇਹਦੇ ਤੇ ਕਿੰਨਾ ਕੁ ਚੇਤਨ ਹੈ, ਕਿੰਨਾ ਕੁ ਇਹਦੇ ਤੇ ਰੋਸ ਜ਼ਾਹਿਰ ਕਰਦਾ ਹੈ। ਤੇ ਫਿਰ ਉਹ ਦੇਖਦੇ ਨੇ ਕਿ ਅਗਰ ਨਾ ਏਦਾਂ ਹੋਵੇ ਤੇ ਫਿਰ ਇਹੋ ਜਿਹੀ ਚੀਜ਼ਾਂ ਫਿਰ ਆਮ ਪ੍ਰਚਲਿਤ ਵੀ ਉਹ ਕਰਨ ਦੇ ਹੋ ਜਾਣਗੇ। ਸੋ ਉਹਦੇ ਵਿੱਚ ਇਹ ਜਿਹੜੀ ਚੀਜ਼ਾਂ ਨੇ ਨਾ, ਸਾਨੂੰ ਇਹਦੇ ਤੇ ਪੂਰਾ ਪਹਿਰਾ ਦੇਣਾ ਚਾਹੀਦਾ। ਇੱਥੇ ਮੈਂ ਆਪਣੇ ਸਿੱਖ ਜਗਤ, ਸਿੱਖ ਭਾਈਚਾਰੇ ਨੂੰ, ਕੌਮੀ ਭਾਈਚਾਰੇ ਨੂੰ ਨੂੰ ਮੈਂ ਬੇਨਤੀ ਕਰਦਾ ਕਿ ਦੇਖੋ, ਜਿਹੜੀ ਵੀ ਗੱਲਾਂ ਹੁੰਦੀਆਂ ਨੇ ਨਾ, ਅਸੀਂ ਸਾਰੇ ਇਕੱਠੇ ਹੋ ਜਾਈਏ। ਅਗਰ ਇਹ ਨਹੀਂ ਹੋਣਾ ਚਾਹੀਦਾ ਕਿ ਵੀ ਉੱਥੇ ਨੰਦੇੜ ਦੇ ਜਿਹੜੇ ਮਹਾਰਾਸ਼ਟਰ ਦੇ ਸਿੱਖ ਨੇ ਉਹ ਇਸ ਚੀਜ਼ ਨੂੰ ਆਡੀ ਆਪਣੇ ਆਪ ਹੀ ਝੱਲਣ ਕਿ ਤੇ ਫਿਰ ਤੁਸੀਂ ਇੱਥੇ ਇੱਕ ਸਟੇਟਮੈਂਟ ਹੀ ਦੇ ਦਿਓ। ਨਹੀਂ, ਇਹ ਹੋਣਾ ਚਾਹੀਦਾ ਕਿ ਵੀ ਉੱਥੇ ਦਾ ਜਿਹੜਾ ਇਨਜਸਟਿਸ ਹੋਇਆ, ਸਾਨੂੰ ਸਾਰਿਆਂ ਨੂੰ, ਸਮੁੱਚੇ ਸਿੱਖ ਕੌਮ ਨੂੰ ਇਕੱਠੇ ਹੋ ਕੇ ਤੇ ਇਹਦੇ ਤੇ ਉੱਤੇ ਆਪਣੀ ਗੱਲ ਜ਼ਾਹਿਰ ਕਰਨੀ ਚਾਹੀਦੀ, ਆਪਣਾ ਰੋਸ ਪ੍ਰਗਟ ਕਰਨਾ ਚਾਹੀਦਾ ਕਿ ਇਹ ਚੀਜ਼ ਸਾਨੂੰ ਸਵੀਕਾਰ ਨਹੀਂ ਹੈ। ਗੁਰਪ੍ਰੀਤ ਜੀ, ਇੱਦਾਂ ਨਹੀਂ ਲੱਗਦਾ ਕਿ ਸਰਕਾਰ ਜਿਹੜੀ ਹੈ ਕਿ ਸਮੇਂ-ਸਮੇਂ ਤੇ ਸਿੱਖਾਂ ਨੂੰ ਟੀਕਾ ਲਾ ਕੇ ਦੇਖਦੀ ਹੈ? ਇਸ ਤੋਂ ਪਹਿਲਾਂ ਤਾਰਾ ਸਿੰਘ ਜੀ ਵੀ ਆਏ ਸੀਗੇ, ਉਹਨਾਂ ਨੂੰ ਲਗਾਇਆ ਗਿਆ ਸੀਗਾ ਤੇ ਉਹਨਾਂ ਦੇ ਵੀ ਮੱਥੇ ਤੇ ਟਿੱਕੇ ਲੱਗੇ ਹੋਏ ਸੀਗੇ, ਹੋਰ ਗਾਨਾ ਵਗੈਰਾ ਪਾਇਆ ਹੋਇਆ ਸੀਗਾ। ਸੋ ਮੁੰਦੀਆਂ ਪਾਈਆਂ ਹੋਈਆਂ ਸੀ ਉਂਗਲਾਂ ਦੇ ਵਿੱਚ, ਤੇ ਹੁਣ ਜਿਹੜਾ ਕਿ ਇਸ ਪਾਸੇ ਨੂੰ ਲੈ ਕੇ ਨੇ ਬਿਲਕੁਲ ਹੀ, ਜਾਣੀ ਕਿ ਕਲੀਨ ਸ਼ੇਪ ਬੰਦੇ ਨੂੰ ਜਿਹੜਾ ਉੱਥੇ ਲਾ ਦੇਣਾ ਆ, ਕੀ ਇਹ ਸਮੇਂ-ਸਮੇਂ ਤੇ ਚੁੰਡੀਆਂ ਵੱਢ ਕੇ ਨਹੀਂ ਦੇਖੇਗਾ? ਬਿਲਕੁਲ, ਮੈਂ ਤੁਹਾਨੂੰ ਗੱਲ ਕਹਿ ਰਿਹਾ ਨਾ ਕਿ ਮੈਂ ਤੇ ਆਈ ਵਾਸ ਬੀਇੰਗ ਕਾਈਂਡ ਟੂ ਦਾ ਗਵਰਨਮੈਂਟ ਟੂ ਸੇ ਕਿ ਵੀ ਇਹਨਾਂ ਨੇ ਬਗੈਰ ਸੋਚੇ ਸਮਝੇ ਜਾਂ ਇਨ ਇਗਨੋਰੈਂਸ ਇਹੋ ਜਿਹੀ ਗੱਲ ਕਰਤੀ। ਪਰ ਇਹ ਵੀ ਨਹੀਂ ਹੋ ਸਕਦਾ, ਕਿਉਂਕਿ ਕੱਲ ਮੈਂ ਲਾਲਪੁਰੇ ਦਾ ਮੈਂ ਬਿਆਨ ਸੁਣ ਰਿਹਾ ਸੀਗਾ ਕਿ ਜੀ ਇਹਦੇ 'ਚ ਕੀ ਮਾੜਾ ਹੋਇਆ ਜੀ, ਇਹ ਤੇ ਜੀ ਟੈਂਪਰੇਰੀ ਉੱਥੇ ਲਗਾਇਆ ਗਿਆ। ਕਿਉਂ ਭਾਈ, ਜੇ ਟੈਂਪਰੇਰੀ ਲਗਾਉਣਾ ਹੈ ਤੇ ਪ੍ਰੋਸੀਜਰ ਨੂੰ ਹੋਰ ਤੁਸੀਂ ਕੁਝ ਮਹੀਨੇ ਦੀ ਐਕਸਟੈਂਸ਼ਨ ਦੇ ਦਿੰਦੇ ਤਾਂ ਕਿ ਇਹ ਗੱਲ ਨਾ ਹੁੰਦੀ।
ਤੇ ਉਸ ਤੋਂ ਮੋਰ ਇੰਪੋਰਟੈਂਟਲੀ ਦੇਖੋ ਸਾਡੀ ਬਦਕਿਸਮਤੀ ਕਿ ਸਾਡੇ ਜਿਹੜੇ ਬੋਰਡ ਨੇ, ਭਾਵੇਂ ਹਜ਼ੂਰ ਸਾਹਿਬ ਦਾ ਹੋਵੇ, ਭਾਵੇਂ ਪਟਨਾ ਸਾਹਿਬ ਦਾ ਹੋਵੇ, ਭਾਵੇਂ SGPC ਦੀ ਤੁਸੀਂ ਹਾਊਸ ਦੀ ਬਣਤਰ ਦੀ ਗੱਲ ਕਰ ਲਓ, ਇਹ ਸਾਰੇ ਸਰਕਾਰ ਦੇ ਤਹਿਤ ਹੀ ਚੱਲਦੀਆਂ ਨੇ। ਸੈਂਟਰਲ ਸਰਕਾਰ ਹੋ ਗਈ ਜਾਂ ਸਟੇਟ ਦੀ ਸਰਕਾਰਾਂ ਹੋ ਗਈਆਂ। ਹਾਂ, ਮੈਂ ਪਟਨਾ ਸਾਹਿਬ ਦੀ ਗੱਲ ਕੀਤੀ, ਇੱਥੇ ਮੈਂ ਇਹ ਗੱਲ ਮੈਂ ਜ਼ਰੂਰ ਕਹਾਂਗਾ ਆਪਣੇ ਦਰਸ਼ਕਾਂ ਨੂੰ ਤੁਹਾਡੇ ਇਸ ਰਾਹੀਂ ਕਿ ਉੱਥੇ ਸਾਡੀ ਕਿਸਮਤ ਚੰਗੀ ਹੈ ਕਿ ਉੱਥੇ ਨਿਤਿਸ਼ ਕੁਮਾਰ ਵਰਗਾ ਇੱਕ ਰਹਿਮ ਦਿਲ, ਇੱਕ ਸੁਚੇਤ ਬੰਦਾ ਤੇ ਗੁਰੂ ਸਾਹਿਬ ਦੇ ਵਿੱਚ ਸ਼ਰਧਾ ਰੱਖਣ ਵਾਲਾ ਬੰਦਾ ਉੱਥੇ ਅੱਜ ਉਹਦੀ ਸਰਕਾਰ ਚੱਲਦੀ ਹੈ। ਤੇ ਨਹੀਂ ਤਾਂ ਫਿਰ ਉੱਥੇ ਵੀ ਇਹੋ ਜਿਹਾ ਕੰਮ ਹੋ ਜਾਣਾ ਚਾਹੀਦਾ ਸੀ, ਹੋ ਗਿਆ ਹੋਣਾ ਚਾਹੀਦਾ। ਤੇ ਬਟ ਉਹ ਮੇਰੇ ਹਿਸਾਬ ਨਾਲ ਜਦ ਤੱਕ ਨਿਤਿਸ਼ ਕੁਮਾਰ ਬਿਹਾਰ 'ਚ ਹੈਗਾ, ਉੱਥੇ ਐਟਲੀਸਟ ਮੈਨੂੰ ਕੋਈ ਸ਼ੰਕਾ ਨਹੀਂ ਹੈ ਕਿ ਵੀ ਉੱਥੇ ਪਟਨਾ ਸਾਹਿਬ ਦੇ ਵਿੱਚ ਇਹੋ ਜਿਹਾ ਕੋਈ ਕਾਂਡ ਵਾਪਰੇਗਾ ਜਿਹੜਾ ਕਿ ਇਹਨਾਂ ਨੇ ਮਹਾਰਾਸ਼ਟਰ 'ਚ ਹੁਣ ਕੀਤਾ ਹੈ ਹਜ਼ੂਰ ਸਾਹਿਬ ਦੇ ਵਿੱਚ। ਤੇ ਜੀ ਇਹਦਾ ਕਾਰਨ ਕੀ ਹੈ? ਕਿਉਂਕਿ ਜੋ ਕੁਝ ਹੁਣ ਹੋ ਰਿਹਾ, ਜਿਹੜੀਆਂ ਮੰਦਭਾਗੀਆਂ ਘਟਨਾਵਾਂ ਇਹ ਵਾਪਰ ਰਹੀਆਂ ਨੇ, ਇਹਦੇ ਲਈ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਕਿੰਨੀ ਕੁ ਜ਼ਿੰਮੇਵਾਰ ਹੈ? ਪੂਰੀ ਜ਼ਿੰਮੇਵਾਰ ਹੈ। ਮੈਂ ਤਾਂ ਕਹਿੰਦਾ ਅਸੀਂ ਦੇਖੋ, ਅਸੀਂ ਕਿਉਂਕਿ ਇਕੱਠੇ ਨਹੀਂ ਹੈਗੇ, ਤੇ ਅਗਰ ਅਸੀਂ ਇਕੱਠੇ ਨਹੀਂ ਹੋਵਾਂਗੇ ਤੇ ਫਿਰ ਠੀਕ ਹੈ, ਫਿਰ ਹਰ ਇੱਕ ਜਿਹੜਾ ਸਿੱਖ ਹੈਗਾ ਜਿੱਥੇ ਵੀ ਬੈਠਾ ਹੈ ਉਹ ਆਪਣੀ ਲੜਾਈ ਆਪ ਲੜੇਗਾ ਵਿਚਾਰਾ। ਤੇ ਹੁਣ ਦੇਖੋ ਬਾਹਰਲੇ ਸੂਬਿਆਂ ਦੇ ਵਿੱਚ ਸਿੱਖਾਂ ਦੀ ਗਿਣਤੀ ਘੱਟ ਹੈ, ਉੱਥੇ ਉਹਨਾਂ ਦੇ ਉੱਤੇ ਕੀ ਪ੍ਰੈਸ਼ਰ ਪੈਂਦਾ ਹੈ ਸਰਕਾਰ ਪਾਸਿਓਂ, ਐਡਮਿਨਿਸਟ੍ਰੇਸ਼ਨ ਪਾਸਿਓਂ, ਉਹ ਕਿੰਨਾ ਕੁ ਉਹਨੂੰ ਝੱਲ ਸਕਦੇ ਨੇ। ਜੇ ਉਹਨਾਂ ਨੂੰ ਪਤਾ ਹੋਵੇ ਕਿ ਵੀ ਸਾਡਾ ਸਾਰਾ ਸਿੱਖ ਜਗਤ ਸਾਡੇ ਪਿੱਛੇ ਖੜਾ ਹੈ, ਪੰਜਾਬ ਦਾ ਜਿਹੜਾ ਸਿੱਖ ਹੈਗਾ ਜਾਂ ਦੂਜੇ ਵੀ ਸੂਬਿਆਂ ਦਾ ਜਿਹੜਾ ਹੈਗਾ, ਤੇ ਉਹ ਵੀ ਆਪਣਾ ਜਿਹੜਾ ਕੰਪਰੋਮਾਈਜ਼ਿੰਗ ਨੇਚਰ ਜਿਹੜਾ ਕਦੀ ਇਖਤਿਆਰ ਕਰ ਲੈਂਦੇ ਨੇ। ਸੁਣਨ 'ਚ ਇਹ ਵੀ ਆਇਆ ਕਿ ਵੀ ਜਦੋਂ ਇਹ ਬੰਦਾ ਰੌਤ ਬਣਿਆ ਤੇ ਉੱਥੇ ਦੇ ਹੀ ਜਿਹੜੇ ਸਿੱਖ ਸੀਗੇ ਤੇ ਕਮੇਟੀ ਵਾਲੇ ਸੀਗੇ ਪੁਰਾਣੇ, ਉਹਨਾਂ ਨੇ ਜਾ ਕੇ ਸਰੋਪਾ ਪਾਤਾ ਉਹਨੂੰ। ਕਿਉਂ ਬਈ? ਅਗਰ ਤੁਸੀਂ ਇਹ ਤੁਹਾਡੇ ਸਿਧਾਂਤ ਦੇ ਉਲਟ ਗੱਲ ਹੈਗੀ। ਅਸੀਂ ਸਾਰੇ ਕਹਿ ਰਹੇ ਹਾਂ, ਬਟ ਹਾਂ ਸੋ ਅਗਰ ਉਹਨਾਂ ਨੂੰ ਪਹਿਲਾਂ ਇਹ ਇਲਮ ਹੁੰਦਾ ਕਿ ਵੀ ਨਹੀਂ, ਸਾਡਾ ਸਿੱਖ ਜਗਤ ਸਾਡੇ ਨਾਲ ਖੜਾ ਹੈ, ਸਾਡਾ ਸਿੱਖ ਕੌਮ ਜਿਹੜੇ ਸਾਡੇ ਨਾਲ ਹੈ, ਅਸੀਂ ਇਸ ਚੀਜ਼ ਨੂੰ ਸਵੀਕਾਰ ਨਹੀਂ ਕਰਦੇ, ਉਹ ਵੀ ਮੇਰਾ ਖਿਆਲ ਹੈ ਆਪਣੀ ਗੱਲ ਦੇ ਉੱਤੇ ਤਗੜੇ ਰਹਿੰਦੇ, ਕਿਉਂਕਿ ਉੱਥੇ ਵਸਦੇ ਨੇ, ਬਿਜ਼ਨਸ ਚਲਾਉਂਦੇ ਨੇ, ਕਾਰੋਬਾਰ ਚਲਾਉਂਦੇ ਨੇ। ਮੇ ਵੀ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਪੈ ਜਾਂਦੇ ਨੇ, ਸੋ ਉਹ ਕਹਿੰਦੇ ਨੇ ਚਲੋ ਸਰਕਾਰ ਨਾਲ ਅਸੀਂ ਕਿਉਂ ਪੰਗਾ ਲੈਣਾ, ਚਲੋ ਅਸੀਂ ਇਸ ਚੀਜ਼ ਨੂੰ ਸਵੀਕਾਰ ਕਰ ਲਈਏ। ਪਰ ਇਹ ਇੰਨੀ ਹਿੰਮਤ ਕਿਵੇਂ ਪੈ ਰਹੀ ਹੈ ਸਰਕਾਰਾਂ ਦੀ? ਕਿਉਂਕਿ ਜੇ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਚਰਚਾ ਚਾਹੇ ਸੋਸ਼ਲ ਮੀਡੀਆ ਦੇ ਉੱਪਰ ਵੀ ਦੇਖੇ ਤਾਂ ਉੱਥੇ ਇਹ ਕਿਹਾ ਜਾਂਦਾ ਹੈ ਵੀ ਜਿਹੜੇ ਕਿ ਪ੍ਰਕਾਸ਼ ਸਿੰਘ ਬਾਦਲ ਸੀਗੇ, ਉਹਨਾਂ ਨੇ ਇਹ ਪਿਰਤਾਂ ਪਾਈਆਂ ਨੇ, ਉਹਨਾਂ ਨੇ ਜਿਹੜੇ ਆ ਕੇ ਸਿੱਖ ਪੰਥ ਦੀ ਪਿੱਠ 'ਚ ਛੁਰਾ ਖੋਪਿਆ। ਸੋ ਕਿੰਨਾ ਕੁ ਇਸ ਤਰ੍ਹਾਂ ਦਾ ਹੋਰ ਵੀ ਜਿਹੜੇ ਸਿੱਖ ਆਗੂ ਉਹਨਾਂ ਨੇ ਕੀਤਾ ਹੈ, ਤੇ ਤਾਂ ਜੋ ਇਹ ਬੇੜੀਆਂ ਜਿਹੜੇ ਸਿੱਖਾਂ ਦੇ ਪੈਰਾਂ ਵਿੱਚ ਪੈ ਗਈਆਂ ਨੇ ਤੇ ਹੱਥਾਂ ਦੇ ਦਿੱਤੀਆਂ ਗੰਢਾਂ ਅੱਜ ਮੂੰਹ ਨਾਲ ਖੋਲਣੀਆਂ ਪੈ ਰਹੀਆਂ। ਦੇਖੋ ਜੀ, ਗੱਲ ਇੱਦਾਂ ਹੈ ਕਿ ਚਲੋ ਹੁਣ ਪ੍ਰਕਾਸ਼ ਸਿੰਘ ਬਾਦਲ ਤਾਂ ਰਹੇ ਨਹੀਂ, ਚਲੋ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ, ਪਰ ਮੇਰਾ ਕਹਿਣ ਦਾ ਮਤਲਬ ਹੈ ਹੁਣ ਕਿੰਨੇ ਕੀ ਕੀਤਾ ਨਹੀਂ ਕੀਤਾ, ਚਲੋ ਅੱਜ ਵੀ ਤੁਸੀਂ ਸਮਝ ਜਾਓ, ਅਸੀਂ ਪਿੱਛਾ ਕੀ ਹੋਇਆ ਨਹੀਂ ਹੋਇਆ ਉਹਨੂੰ ਤੁਸੀਂ ਪਰਾਂ ਹਟੋ, ਠੀਕ ਹੈ ਨਾ। ਨੋਟ ਦੇ ਕੇ ਮੈਂ ਕੋਈ ਪ੍ਰਕਾਸ਼ ਸਿੰਘ ਬਾਦਲ ਦਾ ਬਹੁਤ ਹਮਾਇਤੀ ਹੈਗਾ ਜਾਂ ਕੁਝ ਵੀ, ਬਟ ਆਪਾਂ ਨਾ ਉਹ ਬਲੇਮ ਗੇਮ ਤੋਂ ਆਪਾਂ ਬਾਹਰ ਨਿਕਲ ਆਈਏ। ਹੁਣ ਅਸੀਂ ਅਗਾਂਹ ਦੀ ਸੋਚੀਏ, ਅਗਾਂਹ ਅਸੀਂ ਕੀ ਕਰਨਾ ਹੈ। ਅਸੀਂ ਇਕੱਠੇ ਹੋ ਕੇ, ਹੁਣ ਪਿੱਛੇ UCC ਦੀ ਗੱਲ ਚੱਲੀ, ਉਹ ਦਿੱਲੀ ਕਮੇਟੀ ਨੇ ਇੱਕ ਮੀਟਿੰਗ ਬੁਲਾ ਲਈ ਸਿੱਖ ਵਿਦਵਾਨਾਂ ਦੀ, ਉਹਨਾਂ ਨੇ ਹੈਦਰਾਬਾਦ ਤੋਂ ਤੇ ਹੋਰ 12-13 ਸਟੇਟਾਂ ਤੋਂ ਬੰਦੇ ਸੱਦ ਲਏ, ਸਿੱਖ ਫੋਰਮ ਵਾਲਿਆਂ ਨੇ ਵੀ ਬੁਲਾ ਲਿਆ। ਚਲੋ ਉੱਥੇ ਮੈਨੂੰ ਵੀ ਸੱਦਿਆ ਸੀਗਾ, ਮੈਂ ਕੁਦਰਤੀ ਉਸ ਟਾਈਮ ਜਾ ਨਹੀਂ ਸਕਿਆ, ਸਾਡੇ ਇੱਕ ਦੋਸਤ ਉੱਥੇ ਗਏ ਸੀਗੇ ਸਾਡੀ ਸੰਸਥਾ ਤੋਂ, ਤੇ ਅਗਲੇ ਦਿਨ SGPC ਨੇ ਇੱਥੇ ਮੀਟਿੰਗ ਸੱਦ ਲਈ UCC ਦੀ, ਤੇ ਉੱਥੇ ਇਹਨਾਂ ਨੇ ਪਾਤਾ ਤੇ ਇੱਕ TV ਚੈਨਲ ਨੇ ਬੁਲਾ ਲਿਆ, ਤੇ ਉੱਥੇ SGPC ਵਾਲਾ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਨੂੰ ਕੋਸੀ ਜਾਵੇ, ਤੇ ਕਮੇਟੀ ਵਾਲਾ ਇਹਨਾਂ ਨੂੰ ਕੋਸੀ ਜਾਵੇ ਕਿ ਜੀ ਇਹ ਅਨਪੜ੍ਹਾਂ ਦੀ ਜਾਤ ਹੈ ਜੀ, this that and the other। ਪਰ ਮੈਂ ਉੱਥੇ ਮੈਂ ਕਿਹਾ ਰੱਬ ਦਾ ਵਾਸਤਾ, ਇਹ ਕੌਮੀ ਮਸਲਾ ਹੈ UCC ਦਾ, ਇਹ ਜਦੋਂ ਸਰਕਾਰ ਦੇਗੀ ਕੋਈ ਖਲੜਾ, ਹਾਲੇ ਤੱਕ ਤਾਂ ਉਹਨਾਂ ਨੇ ਦਿੱਤਾ ਨਹੀਂ, ਪਰ ਜਦੋਂ ਦੇਗੀ ਤੇ ਪਰ ਆਪਾਂ ਸਮੁੱਚੀ ਕੌਮ ਇਕੱਠੇ ਬੈਠ ਕੇ ਇਹਨੂੰ ਆਪਾਂ ਸੁਲਝਾਈਏ, ਆਪਾਂ ਇਹਦੇ ਤੇ ਇੱਕ ਕੰਸੀਡਰਡ ਵਿਊ, ਜਿੱਦਾਂ ਕਹਿੰਦਾ ਸਰਬਤ ਖਾਲਸੇ ਦੀ ਜਿਹੜੀ ਪ੍ਰਥਾ ਹੈ ਉਹਨੂੰ ਉਜਾਗਰ ਕਰੀਏ। ਅਸੀਂ ਸਾਰੇ ਇਕੱਠੇ ਬੈਠ ਕੇ, ਤੇ ਕੋਈ ਵੀ ਦਰਪੇਸ਼ ਕੋਈ ਚੁਣੌਤੀਆਂ ਆਉਂਦੀਆਂ ਨੇ ਜਿਹਦੇ ਵਿੱਚ ਕੌਮ ਦਾ ਕੋਈ ਫੈਸਲਾ ਚਾਹੀਦਾ ਹੈ, ਤੇ ਉਹਦੇ ਵਿੱਚ ਅਸੀਂ ਸਾਰੇ ਬੈਠ ਕੇ ਤੇ ਅਸੀਂ ਆਪਣੀ ਸ਼ਮੂਲੀਅਤ ਕਰੀਏ। ਬਟ ਅਗਰ ਤੁਸੀਂ ਇੱਕ ਦੂਜੇ ਦੀ ਚੌਧਰਪੁਣੀ ਆਪਣੀ ਆਪ ਨਹੀਂ ਦਿਖਾਣੀ ਹੈ ਕਿ ਜੀ ਮੇਰੀ ਸੰਸਥਾ ਸਭ ਤੋਂ ਵਧੀਆ ਹੈ, ਮੇਰੀ ਸੰਸਥਾ, ਤੇ ਫਿਰ ਇਹ ਤੇ ਦੁਖਾਂਤ ਹੈ। ਸੋ ਦੇਅਰਫੋਰ ਮੈਂ ਕਹਿੰਦਾ ਕਿ ਵੀ ਸਿੱਖ ਜਿਹੜਾ ਜਗਤ ਹੈ ਉਹ ਵੀ ਵੰਡੀਆਂ ਕਰਕੇ ਅਸੀਂ ਤਾਂ ਹੀ ਇਹ ਜਿਹੜੀਆਂ ਦੂਜੀ ਸਰਕਾਰਾਂ ਨੇ ਇਹਨਾਂ ਦੀ ਹਿੰਮਤ ਪੈਂਦੀ ਹੈ। ਜੇ ਸਿੱਖ ਇਕੱਠੇ ਹੁੰਦੇ
ਤੇ ਸਵਾਲ ਨਹੀਂ ਪੈਦਾ ਹੁੰਦਾ ਕਿ ਇਸ ਪਾਸੇ ਉਹ ਇੱਕ ਪਾਸੇ ਸੋਚਦੇ ਵੀ ਕਿ ਵੀ ਨਹੀਂ ਆਪਾਂ ਨਹੀਂ ਇਦਾਂ ਕਰ ਸਕਦੇ। ਹੁਣ ਉਹਨਾਂ ਨੂੰ ਪਤਾ ਕਿ ਵੀ ਵੰਡੀਆਂ ਪਈਆਂ ਹੋਈਆਂ ਨੇ। ਸੋ ਉਹੀ ਗੱਲ ਹੁੰਦੀ ਹੈ ਜਦੋਂ ਘਰਾਂ ਜਿਹੜੀਆਂ ਸਾਡੀਆਂ ਘਰਾਂ ਦੀ ਕੰਧਾਂ ਤੇ ਫਾਊਂਡੇਸ਼ਨ ਜਰਜਰੇ ਹੋ ਜਾਣ ਤੇ ਫਿਰ ਜਿਹੜੇ ਚੋਰ ਨੇ ਜਾਂ ਸੰਨ ਨੇ ਉਹ ਫਿਰ ਉਹ ਤੇ ਡਾਕਾ ਪਾਣਗੇ। ਸੋ ਇਹ ਅੱਜ ਦੀ ਡੇਟ ਸਥਿਤੀ ਆ ਹੈਗੀ ਕਿ ਸਾਡੀ ਸਿੱਖ ਕੌਮ ਕਿਉਂਕਿ ਇਕੱਠੀ ਨਹੀਂ ਤੇ ਅਸੀਂ ਆਪਣਾ ਦਰਵਾਜ਼ਾ ਬਿਲਕੁਲ ਖੁੱਲਾ ਛੱਡਿਆ ਹੋਇਆ। ਤੇ ਗੁਰਪ੍ਰੀਤ ਜੀ ਇਹਦੇ ਲਈ ਸਾਰਾ ਕੁਝ ਕੀ ਕੀਤਾ ਜਾਣਾ ਚਾਹੀਦਾ, ਕਿਉਂਕਿ ਤੁਸੀਂ ਵੀ ਸਿੱਖ ਬੁੱਧੀਜੀਵੀਆਂ ਦੇ ਨਾਲ ਉੱਠਦੇ ਬੈਠਦੇ ਹੋ, ਸਿੱਖ ਚਿੰਤਕਾਂ ਨਾਲ ਗੱਲਬਾਤ ਕਰਦੇ ਹੋ, ਕੀ ਕੋਈ ਹੁਣ ਇਹੋ ਜਿਹੀ ਗੱਲਬਾਤ ਹੋਈ ਜਿੱਥੇ ਸਿਰ ਜੋੜ ਕੇ ਬੈਠਿਆ ਜਾਵੇ ਤੇ ਇਹੋ ਜਿਹੇ ਜਿਹੜੇ ਹਮਲੇ ਹੋ ਰਹੇ ਨੇ ਸਿੱਖੀ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕੇ? ਦੇਖੋ ਜੀ, ਗੱਲ ਇਦਾਂ ਹੈ ਕਿ ਜਿੱਦਾਂ ਮੈਂ ਹੁਣੇ ਵੀ ਗੱਲ ਜ਼ਿਕਰ ਕਰ ਰਿਹਾ ਸੀਗਾ ਸਰਬੱਤ ਖਾਲਸੇ ਦੀ, ਕਿ ਜਿੱਥੇ ਸਿੱਖ ਬੁੱਧੀਜੀਵੀ ਨੇ ਬਾਕੀ ਸੰਸਥਾਵਾਂ ਨੇ ਇਕੱਠੇ ਬੈਠ ਕੇ ਤੇ ਕੋਈ ਵੀ ਮਸਲਾ ਕੋਈ ਵੀ ਚੁਣੌਤੀ ਦਰਪੇਸ਼ ਆਉਂਦੀ ਹੈ ਉਹ ਤੇ ਬੈਠ ਕੇ ਤੇ ਤੁਸੀਂ ਉਹਦੇ ਤੇ ਵਿਚਾਰਾਂ ਕਰੋ। ਤੇ ਇੱਕ ਅਗਰ ਆਪਾਂ ਇਹ ਕਹਿ ਦਈਏ ਕਿ ਵੀ ਸਾਰੀ ਹੀ ਸਿੱਖ ਜਥੇਬੰਦੀਆਂ ਦੁਨੀਆ ਦੀਆਂ ਤੇ ਗੁਰਦੁਆਰੇ ਉਹ ਇਕੱਠੇ ਹੋ ਜਾਣਗੇ ਇੱਕ ਥਾਂ ਤੇ, ਇਹ ਨਹੀਂ ਹੋ ਸਕਦਾ। ਬਟ ਜਿਹੜੀਆਂ ਇੱਕ ਕਲੈਕਟਿਵ ਯੂ ਕੈਨ ਸੇ ਮੈਜੋਰਿਟੀ ਆਪਾਂ ਸਮਝ ਲਈਏ। ਹੁਣ ਪਿੱਛੇ ਆਪਣਾ ਭਾਈ ਦਲਜੀਤ ਸਿੰਘ ਬਿੱਟੂ ਨੇ ਇੱਕ ਇਹੋ ਜਿਹਾ ਇੱਕ ਉਪਰਾਲਾ ਕੀਤਾ ਸੀਗਾ ਅਨੰਦਪੁਰ ਸਾਹਿਬ, ਜਿੱਥੇ ਉਹਨਾਂ ਨੇ ਇੱਕ ਸੌਰਟ ਆਫ ਇਹ ਸਰਬੱਤ ਖਾਲਸਾ ਜਿੱਦਾਂ ਪੁਰਾਤਨ ਸਮੇਂ 'ਚ ਹੁੰਦਾ ਸੀਗਾ ਉਹਨੂੰ ਪੇਸ਼ ਕੀਤਾ ਸੀਗਾ। ਠੀਕ ਹੈ, ਉੱਥੇ 9:30 ਵਜੇ ਸ਼ੁਰੂ ਹੋ ਕੇ ਤੇ ਜਿਹੜਾ ਰੈਜ਼ੋਲੂਸ਼ਨ ਸੀਗਾ ਉਹ ਜਾ ਕੇ 7:30 ਵਜੇ ਸ਼ਾਮ ਨੂੰ ਮਤਲਬ ਸੁਣਾਇਆ ਗਿਆ। ਸੋ ਮੇਰਾ ਕਹਿਣ ਦਾ ਮਤਲਬ ਬਟ ਉੱਥੇ ਕੀ ਸੀਗਾ, ਮੁੱਦਾ ਸੀਗਾ ਕਿ ਜੇ ਅਕਾਲ ਤਖਤ ਦੀ ਖੁਦ ਸੁਤੰਤਰਤਾ, ਕਿ ਅਕਾਲ ਤਖਤ ਨੂੰ ਅਸੀਂ ਆਜ਼ਾਦ ਕਿੱਦਾਂ ਕਰਾਉਣਾ ਹੈ। ਉਹ ਮੈਂ ਕਿਹਾ ਅਕਾਲ ਤਖਤ ਆਜ਼ਾਦ ਵੀ ਹੋ ਜਾਊਗਾ, ਫਿਰ ਕੀ ਹੋਇਆ, ਅਕਾਲ ਤਖਤ ਅਗਰ ਉੱਥੇ ਕੋਈ ਜੱਥਾ ਵੀ ਤੁਸੀਂ ਬਿਠਾ ਦਿਓਗੇ, ਉੱਥੇ ਜਿਹੜਾ ਜਥੇਦਾਰ ਵੀ ਹੈ ਉਹਦਾ ਸਿਰਫ ਇੱਕੋ ਹੀ ਕੰਮ ਰਹੇਗਾ ਕਿ ਵੀ ਉਹ ਸਰਬੱਤ ਖਾਲਸਾ ਬੁਲਾਉਣ ਦੇ ਵਿੱਚ ਉਹ ਆਪਣੀ ਸ਼ਮੂਲੀਅਤ ਪਾਏਗਾ। ਬਟ ਇਵੈਂਚੁਅਲੀ ਤੇ ਜਿਹੜਾ ਡਿਸੀਜਨ ਹੈ, ਜਿਹੜਾ ਫੈਸਲਾ ਹੈ, ਉਹ ਸਮੁੱਚੀ ਕੌਮ ਲਏਗੀ, ਨਾ ਕਿ ਕੋਈ ਅਕਾਲ ਤਖਤ ਦਾ ਜਥੇਦਾਰ ਲੈ ਸਕਦਾ ਹੈ ਇਕੱਲਾ। ਇਹ ਸਾਡੀ ਪ੍ਰਥਾ ਨਹੀਂ ਰਹੀ ਹੈ। ਸੋ ਸਾਨੂੰ ਉਹਦੇ ਨਾਲ ਕੀ ਹੁੰਦਾ ਹੈ ਕਿ ਵੀ ਸਿੱਖ ਕੌਮ ਇਕੱਠੀ ਹੋ ਜਾਏ, ਤੇ ਸਿੱਖ ਕੌਮ ਜਦੋਂ ਇਕੱਠੀ ਹੋ ਜਾਏਗੀ ਤੇ ਮੇਰੇ ਹਿਸਾਬ ਨਾਲ ਤੁਹਾਡੀਆਂ ਸਾਰੀਆਂ ਜਿਹੜੀਆਂ ਵਿਪਤਾਵਾਂ ਨੇ ਨਾ ਤੇ ਉਹ ਸਾਰੀਆਂ ਮੁੱਕ ਜਾਣਗੀਆਂ, ਕਿਉਂਕਿ ਫਿਰ ਤੁਸੀਂ ਸਹੀ ਤਰੀਕੇ ਨਾਲ ਤੁਸੀਂ ਆਪਣੇ ਕੌਮ ਦੇ ਜਿਹੜੇ ਵੀ ਮਸਲੇ ਨੇ ਉਹਨਾਂ ਨੂੰ ਤੁਸੀਂ ਸਾਂਝੇ ਤੌਰ ਤੇ ਤੁਸੀਂ ਨਜਿੱਠੋਗੇ ਤੇ ਉਹ ਜਿਹੜਾ ਫੈਸਲਾ ਨਿਕਲੇਗਾ ਨਾ ਤੇ ਉਹ ਫਿਰ ਕੋਈ ਵੀ ਸਰਕਾਰਾਂ ਉਹਦੇ ਤੇ ਤੁਹਾਨੂੰ ਦਖਲਅੰਦਾਜ਼ੀ ਨਹੀਂ ਕਰ ਸਕਣਗੀਆਂ। ਤੇ ਇਸ ਦੇ ਨਾਲ ਹੀ ਅੱਗੇ ਜਿਹੜੀਆਂ 2024 ਦੇ ਵਿੱਚ ਲੋਕ ਸਭਾ ਚੋਣਾਂ ਆ ਰਹੀਆਂ ਨੇ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਹ ਜਿਹੜੇ ਜੋ ਕੁਝ ਘਟਨਾਵਾਂ ਵਾਪਰੀਆਂ ਨੇ, ਇਹਨਾਂ ਦੇ ਨਤੀਜੇ ਉਹਦੇ ਵਿੱਚ ਕੀ ਇਹੋ ਜਿਹੇ ਹੋ ਸਕਦੇ? ਦੇਖੋ, ਗੱਲ ਇੱਦਾਂ ਹੈ ਕਿ 2024 ਦੀਆਂ ਹੁਣ ਅਨਫੋਰਚੂਨੇਟਲੀ ਜਿਹੜੀਆਂ ਅੱਜ ਦੇ ਟਾਈਮ ਵਿੱਚ ਇਲੈਕਸ਼ਨਾਂ ਇਸ ਦੇਸ਼ ਦੇ ਵਿੱਚ ਸਾਨੂੰ ਵੇਖਣ ਨੂੰ ਮਿਲ ਰਹੀਆਂ ਨੇ, ਇਹ ਮੁੱਦਿਆਂ ਉੱਤੇ ਨਹੀਂ ਲੜੀਆਂ ਜਾ ਰਹੀਆਂ, ਇਹ ਕਮਿਊਨਲ ਲਾਈਨਸ ਦੇ ਉੱਤੇ ਲੜੀਆਂ ਜਾ ਰਹੀਆਂ ਨੇ, ਜਿਹੜੇ ਕਿ ਇੱਕ ਬਹੁਤ ਦੁਖਾਂਤ ਵਾਲੀ ਗੱਲ ਹੈ। ਕਿਉਂਕਿ ਤੁਸੀਂ ਅਗਰ ਕੋਈ ਇਲੈਕਸ਼ਨ ਲੜਨੀ ਹੈ, ਤੁਸੀਂ ਦੱਸੋ ਕਿ ਵੀ ਤੁਹਾਡਾ ਮੈਨੀਫੈਸਟੋ ਕੀ ਹੈ, ਤੁਸੀਂ ਕੀਤਾ ਕੀ ਹੈ, ਤੁਸੀਂ ਕਰਨਾ ਕੀ ਚਾਹੁੰਦੇ ਹੋ। ਅਗਰ ਤੁਸੀਂ ਸਿਰਫ ਧਰਮ ਦੇ ਉੱਤੇ ਤੁਸੀਂ ਆਪਣੀ ਇਲੈਕਸ਼ਨਾਂ ਲੜਨੀਆਂ ਨੇ ਤੇ ਜਿੱਤਨੀਆਂ ਨੇ, ਜਾਂ ਜੋ ਵੀ ਤੁਸੀਂ ਸਮਝਦੇ ਹੋ ਕਿ ਵੀ ਜਿੱਦਾਂ ਵੀ ਹੈ, ਤੇ ਇਹ ਮੇਰਾ ਖਿਆਲ ਹੈ ਸਭ ਤੋਂ ਮਾੜੀ ਗੱਲ ਹੈ ਕੋਈ ਵੀ ਕਮਿਊਨਿਟੀ ਲਈ, ਜਾਂ ਆਪਾਂ ਕਹਿ ਲਈਏ ਇੰਡੀਆ ਲਈ, ਕਿ ਅਗਰ ਇਹ ਜੀ। ਸੋ ਇੱਥੇ ਜਿਹੜਾ ਕੰਮ ਹੋਏਗਾ, ਹੁਣ ਇਹਨਾਂ ਨੇ ਅਗਰ ਸਿੱਖਾਂ ਨਾਲ ਇਦਾਂ ਕੰਮ ਕੀਤਾ ਹੈ ਤੇ ਹੁਣ ਇਹਦਾ ਕੀ ਹੁਣ ਪਤਾ ਲੱਗੇਗਾ ਕਿ ਅਗਰ ਇਹ ਜਿਹੜਾ ਇਹਨਾਂ ਨੇ ਫੈਸਲਾ ਵਾਪਸ ਲੈਂਦੇ ਨੇ ਕਿ ਨਹੀਂ, ਇਹ ਰੌਤ ਨੂੰ ਹਟਾਉਣ ਦਾ ਲੈ ਲੈਣਗੇ ਨਹੀਂ ਲੈਣਗੇ, ਉਹ ਗੱਲ ਹੋ ਰਿਹਾ। ਕਿਉਂਕਿ ਇਹ ਵੀ ਮਹਾਰਾਸ਼ਟਰ ਦੀ ਸਰਕਾਰ ਵੀ ਬੀਜੇਪੀ ਦੀ ਹੈ, ਉੱਥੇ ਸੈਂਟਰ ਦੇ ਵਿੱਚ ਵੀ ਇਹੀ ਨੇ। ਅਸੀਂ ਤੇ ਕਹਿ ਕੇ ਇਹਨਾਂ ਨੂੰ ਬੇਨਤੀਆਂ ਕਰ ਕਰਕੇ ਹਟ ਗਏ ਆ ਕਿ ਐਸਜੀਪੀਸੀ ਦੀ ਵੀ ਇਲੈਕਸ਼ਨ ਹੁਣ 12-13 ਸਾਲ ਹੋ ਗਏ ਨੇ ਜਿਹੜੀ ਡਿਊ ਹੋ ਗਈ ਹੈ, ਤੁਸੀਂ ਇੱਥੇ ਕਿਉਂ ਨਹੀਂ ਕਰਾ ਰਹੇ। ਸੋ ਇਹ ਸਾਰੀ ਜਿਹੜੀ ਗੱਲਾਂ ਨੇ ਨਾ, ਇਹਨਾਂ ਨੂੰ ਇਸ ਪਾਸੇ ਸੋਚਣਾ ਚਾਹੀਦਾ ਕਿ ਵੀ ਇਹ ਅਸੀਂ ਨਾ ਧੱਕਾ ਕਰ ਰਹੇ ਹਾਂ। ਸੋ ਬਟ ਠੀਕ ਹੈ, ਹੁਣ ਸਿੱਖ 2% ਨੇ, ਸੋ 2% ਨੂੰ ਇਹ ਸਮਝਦੇ ਹੋਣਗੇ ਕਿ ਵੀ ਕੀ ਹੈ। ਅੱਛਾ, ਸਾਡੇ ਵਿੱਚ ਵੀ ਕਈ ਵਿਕਾਊ ਨੇ, ਕਈ ਸਮਝਦੇ ਨੇ ਕਿ ਵੀ ਚਲੋ ਅਸੀਂ ਇਸ ਪਾਸੇ ਚਲੋ ਇਹਨਾਂ ਦੇ ਝੋਲੀ ਜਾ ਕੇ ਅਸੀਂ ਲੱਗ ਜਾਈਏ। ਜਾਓ, ਜ਼ਰੂਰ ਜਾਓ, ਬਟ ਅਗਰ ਤੁਸੀਂ ਸਿਧਾਂਤ ਕਰਕੇ ਜਾ ਰਹੇ ਹੋ, ਤੁਸੀਂ ਉਹਨਾਂ ਦੀ ਗੱਲਾਂ ਕਰਕੇ ਜਾ ਰਹੇ ਹੋ ਤਾਂ ਠੀਕ ਹੈ। ਬਟ ਜੇ ਅਗਰ ਤੁਸੀਂ ਜਾ ਰਹੇ ਹੋ ਜਸਟ ਕਿਉਂਕਿ ਤੁਸੀਂ ਦੇਖੋ ਤਾਂ ਸਹੀ ਕਿ ਵੀ ਕਿਹੜੀ ਪਾਰਟੀਆਂ ਜਿਹੜੀਆਂ ਨੇ, ਮੈਂ ਨਹੀਂ ਕਹਿੰਦਾ ਕਿ ਵੀ ਤੁਸੀਂ ਬੀਜੇਪੀ ਨੂੰ ਕਰੋ ਜਾਂ ਕਾਂਗਰਸ ਨੂੰ ਕਰੋ ਜਾਂ ਜਿਸ ਨੂੰ ਕਰੋ, XY ਨੂੰ Z ਨੂੰ ਕਰੋ, ਬਟ ਤੁਸੀਂ ਸਿਧਾਂਤ ਵੱਲ ਤਾਂ ਤੁਸੀਂ ਦੇਖੋ ਨਾ ਕਿ ਵੀ ਕੌਣ ਬੰਦਾ ਤੁਹਾਡੇ ਸਿਧਾਂਤ ਦੇ ਉੱਤੇ
ਠੇਸ ਨਹੀਂ ਪਹੁੰਚਾ ਰਿਹਾ, ਤੁਹਾਡੇ ਸਿਧਾਂਤਾਂ ਦੀ ਕਦਰ ਕਰ ਰਿਹਾ, ਤੁਹਾਡੀ ਕਦਰ ਕਰ ਰਿਹਾ ਬਤੌਰ ਇੱਕ ਕੌਮ ਦੀ, ਉਸ ਹਿਸਾਬ ਨਾਲ ਤੁਹਾਡੀ ਕਦਰ ਕਰ ਰਿਹਾ, ਫਿਰ ਤੁਸੀਂ ਦੇਖੋਗੇ ਵੀ ਤੁਸੀਂ ਕਿੱਥੇ ਆਪਣਾ ਯੋਗਦਾਨ ਪਾ ਸਕਦੇ ਹੋ। ਸੋ ਬਾਕੀ ਜਿਹੜਾ 24 ਦੀ ਇਲੈਕਸ਼ਨ ਹੈ ਉਹ ਤੇ ਲਾਈਕ ਆਈ ਟੋਲਡ ਯੂ ਕਿ ਵੀ ਸਿੱਖ ਦਾ ਰੋਲ ਮਿਨਿਸਕਿਊਲ ਹੈ ਜ਼ਰੂਰ, ਬਟ ਥੋੜਾ ਹੈ, ਬਟ ਠੀਕ ਹੈ। ਮੈਂ ਤਾਂ ਕਹਿੰਦਾ ਉੱਥੇ ਵੀ ਸਿੱਖ ਆਪਣਾ ਜੇ ਰੋਲ ਸਹੀ ਤਰੀਕੇ ਨਾਲ ਜਿਹੜਾ ਗੁਰੂ ਨੇ ਸਾਨੂੰ ਦਿੱਤਾ ਇੱਕ ਆਜ਼ਾਦ ਹਸਤੀ ਦਾ, ਤੇ ਅਸੀਂ ਸੋਚੀਏ ਕਿ ਵੀ ਅਸੀਂ ਵੀ ਸਹੀ ਸੱਚ ਦੇ ਉੱਤੇ ਪੈਰਾ ਦੇ ਕੇ ਤੇ ਅਸੀਂ ਆਪਣੀਆਂ ਵੋਟਾਂ ਭੁਗਤਣੀਆਂ ਨੇ, ਜੇ ਉਹੀ ਸਿੱਖ ਕਰ ਲੈਣ ਤੇ ਮੇਰਾ ਖਿਆਲ ਹੈ ਉਹਦੇ ਨਾਲ ਵੀ ਸਾਡੀ ਮਤਲਬ ਵਾਵਾ ਹੋ ਸਕਦਾ। ਬਿਲਕੁਲ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਜੇ ਸਿੱਖ ਜਿੰਨੇ ਜਿਹੜੇ ਨੇ ਉਹ ਬਿਲਕੁਲ ਘੱਟ ਗਿਣਤੀ 'ਚ ਨੇ, ਬਹੁਤ ਮਾਈਨਰ 'ਚ ਨੇ, ਪਰ ਕਿਹਾ ਜਾਂਦਾ ਹੈ ਕਿ ਬੇਸ਼ੱਕ ਬੰਦੇ ਕੋਲ ਜਿੰਨਾ ਮਰਜ਼ੀ ਸਰਮਾਇਆ ਹੋਵੇ, ਜਿੰਨੀ ਮਰਜ਼ੀ ਵੱਡੀ ਤਾਕਤ ਹੋਵੇ, ਪਰ ਜੇ ਇੱਕ ਛੋਟਾ ਜਿਹਾ ਟੁਕੜਾ ਪਾਸੇ ਰਹਿ ਜਾਵੇ ਤਾਂ ਫਿਰ ਵੀ ਉਹਦੀ ਜਿਹੜੀ ਜਿੱਤ ਹੈ ਹਾਰ 'ਚ ਬਦਲ ਜਾਂਦੀ ਹੈ। ਤੇ ਜੇ ਸਿੱਖ ਚਾਹੁਣ ਔਰ ਗੁਰੂ ਸਾਹਿਬ ਦੇ ਆਸ਼ੇ ਅਨੁਸਾਰ ਉਹਨਾਂ ਦੇ ਸਿਧਾਂਤਾਂ ਤੇ ਜੇ ਪਹਿਰਾ ਦੇਣ ਤਾਂ ਸਿੱਖ ਜਿਹੜੀ ਆ ਕਿ ਆਪਣੀ ਵਿਗੜੀ ਹੋਈ ਜਿਹੜੀ ਇਸ ਟਾਈਮ ਸ਼ਕਲ ਹੈ, ਜੋ ਸਿਧਾਂਤਾਂ ਨੂੰ ਢਾਹ ਲੱਗ ਰਹੀ ਆ, ਉਹਨਾਂ ਨੂੰ ਮਜ਼ਬੂਤ ਕਰ ਸਕਦੇ ਨੇ ਤੇ ਉੱਭਰ ਕੇ ਸਾਹਮਣੇ ਆ ਸਕਦੇ ਨੇ। ਸੋ ਅੱਜ ਦੇ ਇਸ ਵਿਚਾਰ ਵਿੱਚ ਬੜਾ ਸਪਸ਼ਟ ਕੀਤਾ ਗੁਰਪ੍ਰੀਤ ਸਿੰਘ ਨੇ ਕਿ ਸਿੱਖ ਪੰਥ ਨੂੰ, ਸਿੱਖ ਕੌਮ ਨੂੰ ਜਿਹੜਾ ਕਿ ਆਪਸ ਸਿਰ ਜੋੜ ਕੇ ਬੈਠਣਾ ਪਏਗਾ। ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਵਿੱਚੋਂ ਜਿਹੜੀਆਂ ਉੱਚ ਜਥੇਬੰਦੀਆਂ ਨੇ ਜਿਹੜੀਆਂ ਕਿ ਸਮਝਦੀਆਂ ਨੇ ਵੀ ਅਸੀਂ ਕੀ ਕਰ ਸਕਦੇ ਹਾਂ ਤੇ ਕਿਸ ਤਰ੍ਹਾਂ ਅਸੀਂ ਆਪਣੇ ਸੰਵਿਧਾਨ ਨੂੰ ਬਚਾ ਸਕਦੇ ਹਾਂ, ਗੁਰੂ ਸਾਹਿਬ ਦੇ ਦਿੱਤੇ ਹੋਏ ਸਿਧਾਂਤ ਤੇ ਅਸੀਂ ਪਹਿਰਾ ਦੇ ਸਕਦੇ ਹਾਂ। ਸੋ ਉਹਦੇ ਲਈ ਸਾਰਿਆਂ ਨੂੰ ਸਿਰ ਜੋੜ ਕੇ ਬੈਠਣਾ ਪਵੇਗਾ ਤੇ ਇਹ ਫਿਰ ਕਦੇ ਨਹੀਂ ਹੋ ਸਕਦਾ ਕਿ ਜੇ ਸਿੱਖ ਪੰਥ ਜੋ ਸਿਰ ਜੋੜ ਕੇ ਬੈਠ ਜਾਵੇ ਤੇ ਫਿਰ ਪ੍ਰਾਪਤੀ ਨਾ ਹੋਵੇ। ਤੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ 2024 ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਲੈ ਕੇ ਵੀ ਬੜੀ ਹਿਲਚੁਲ ਹੋ ਰਹੀ ਹੈ ਤੇ ਬਾਕੀ ਸਮਾਂ ਹੀ ਉਹਦੀ ਪੈਰਵਾਈ ਕਰੇਗਾ, ਦੱਸੇਗਾ ਕਿ ਕੀ ਨਤੀਜੇ ਆਉਂਦੇ ਨੇ ਸਾਹਮਣੇ। ਦਿਓ ਇਜਾਜ਼ਤ, ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ, ਤੇ ਜਲਦੀ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।